सतनाम श्री वाहिगुरु साहिब जी। एक ओंकार सतनाम करता पुरख निर्भव निर्वैर अकाल मूरत आजुनी सैभं गुर प्रसाद। एक ओंकार सतनाम करता पुरख निर्भव निर्वैर अकाल मूरत आजुनी सैभं गुर प्रसाद। ज्ञानंजन गुरु दिया अज्ञान विनाश। हर कृपा ते संत भेटे नानक मन प्रगास। सरी नानक परशोत्तम परम करारनाथ। जुगल चरण मन बंधन धर पर धर करनाथ। सरी नानक सुख सिंधु को हाथ जोड़ प्रणाम। जिस करना ते वरे ही पाए गत विश्राम। जिस करना ते वरे ही पाए गत विश्राम। शतर चौथ दे मालक दसवें पातशाह मूर्ति सुन हाजरा जरूर याजरा जरूर जुगो जोगे अटाल आद श्री गुरु ग्रंथ साहिब महाराज। सतगुरु सच्चे पातशाह जी ने पावन पवित्र दरबार विखे शोभायमान गुरु रूप गुरु स्वरूप सत संगी जन भाई गुरु फतेह प्रवान करो। वाहिगुरु जी का खालसा वाहिगुरु जी की फतेह। नाम सत संगी जन कितने रोज तो राग माग दी वार दा लड़ीवार विचार आरंभ है। लड़ी मुताबक अज वार माग दी छेवीं पौड़ी का विचार आरंभ है। छेवीं पौड़ी के अंदर जगत गुरु बाबा धन गुरु नानक देव साहिब महाराज के फरमान करते हैं। आप श्रवण करो जी। सलोक महला पहला जे रत लगाए कपड़ा जामा हुई पुनीत। जो रत पीवा मानसा तिन क्यों निर्मल चीत। जे रत लगा कपड़ा जामा हुई पुनीत। जो रत पीवा है मानसा तिन क्यों निर्मल चीत। जगत गुरु बाबा जिस वक्त मक्के दे अंदर जगत गुरु बाबा गए ते उत्थे मुल्ला काजियां दे नाल ज्ञान चर्चा हुई, उत्तर प्रश्न हुए। जगत गुरु बाबा जी ने की वेख्या, एक काजी जिस दे वस्त्रां नूं कपड़ियां नूं रत मैला लग गया, खून लग गया। ते वो काजी की कह रहा है
ਵੀ ਇਹ ਮੇਰੇ ਬਸਤਰ ਪਲੀਤ ਹੋ ਗਏ ਨੇ, ਅਪਵਿੱਤਰ ਹੋ ਗਏ ਨੇ, ਹੁਣ ਮੈਂ ਨਿਵਾਜ ਪੜਨ ਦੀ ਯੋਗ ਨਹੀਂ, ਬਸਤਰ ਬਦਲਾਂਗਾ, ਸਾਫ ਸੁਥਰਾ ਹੋਵਾਂਗਾ, ਫਿਰ ਮੈਂ ਨਮਾਜ਼ ਪੜ ਸਕਦਾ ਹਾਂ। ਤੇ ਜਗਤ ਗੁਰੂ ਬਾਬਾ ਉਸ ਦੇ ਵਿਚਾਰ ਨੂੰ ਵੇਖ ਕੇ ਤੇ ਫਰਮਾਉਂਦੇ ਨੇ, ਕੀ ਕਹਿੰਦੇ ਨੇ? ਕਹਿੰਦੇ ਨੇ ਸਰੋਕ ਮਹੱਲਾ ਪਹਿਲਾ, ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਰ ਰਹੇ ਨੇ, ਜੇ ਰਤ ਲੱਗਾ ਕੱਪੜ ਜਾਮਾ ਹੋਈ ਪੁਨੀਤ, ਜੋ ਰਤ ਪੀਆ ਹੈ ਮਾਨਸਾ, ਤੈਨੂੰ ਕਿਉਂ ਨਿਰਮਲ ਕੀ? ਜੇ ਰਤ ਲੱਗਾ ਕੱਪੜਾ ਜਾਮਾ ਹੋਈ ਪੁਨੀਤ। ਇਹ ਭਾਈ, ਜੇ ਅਸੀਂ ਆਪਣੇ ਵਸਤਰਾਂ ਨੂੰ ਰਤ ਕਿਤੇ ਖੂਨ ਲੱਗ ਜਾਏ, ਹੋਰ ਇਧਰੋਂ ਉਧਰੋਂ, ਤੇ ਅਸੀਂ ਕਹਿੰਦੇ ਸਾਡੇ ਵਸਤਰ, ਸਾਡਾ ਜਾਮਾ ਪਲੀਤ ਹੋ ਗਏ ਨੇ, ਅਪਵਿੱਤਰ ਹੋ ਗਏ ਨੇ। ਅਸੀਂ ਇਤਨੇ ਪਰਹੇਜ਼ਗਾਰ ਬਣਦੇ ਹਾਂ ਕਿ ਜੇ ਕਿਤੇ ਸਾਡੇ ਵਸਤਰਾਂ ਤੇ 2-4 ਛਿੱਟੇ ਖੂਨ ਦੇ ਪੈ ਗਏ, ਹੋਰ ਕਿਤੇ ਚੀਜ਼ ਦੇ, ਤੇ ਅਸੀਂ ਕਹਿੰਦੇ ਹਾਂ ਕਿ ਅਪਵਿੱਤਰ ਹੋ ਗਏ। ਆਪ ਵੀ ਵੇਖਿਆ ਹੋਣਾ, ਕਈ ਵਾਰੀ ਕਿਸੇ ਦੇ ਵਸਤਰ ਨੂੰ ਖੂਨ ਲੱਗ ਜਾਏ ਤੇ ਸਿਆਣਾ ਬੰਦਾ ਕੀ ਕਹਿੰਦਾ, ਜਾ ਇਹਨੂੰ ਧੋਇਆ ਜਾ ਕੇ, ਮੈਲੇ ਨੂੰ, ਮੈਲਾ ਕਿਹਨੂੰ ਕਹਿੰਦੇ ਨੇ? ਗੰਦਗੀ ਨੂੰ। ਇਹ ਮੈਲੇ ਨੂੰ ਧੋਇਆ ਜਾ, ਖੂਨ ਲੱਗ ਗਿਆ ਨਾ, ਕਹਿੰਦੇ ਜਾ ਮੈਲੇ ਨੂੰ ਧੋਇਆ, ਮੈਲੇ ਨੂੰ ਧੋਇਆ, ਸਾਫ਼ ਹੋ ਕੇ ਆ। ਤੋ ਅਸੀਂ ਖੂਨ ਲੱਗ ਜਾਏ ਬਾਹਰੋਂ ਵਸਤਰਾਂ ਨੂੰ, ਤੇ ਅਸੀਂ ਕਹਿੰਦੇ ਸਾਡਾ ਜਾਮਾ, ਸਾਡੇ ਵਸਤਰ ਪਲੀਤ ਅਪਵਿੱਤਰ ਹੋ ਗਏ। ਤੇ ਜਗਤ ਗੁਰੂ ਬਾਬਾ ਜੀ ਕਹਿੰਦੇ, ਜੋ ਰਤ ਪੀਵੈ ਮਾਨਸਾ, ਤੈਨੂੰ ਕਿਉਂ ਨਿਰਮਲ ਚੀਤ? ਬਾਹਰੋਂ ਵਸਤਰਾਂ ਨੂੰ ਰਤ ਲੱਗੀ, ਖੂਨ ਲੱਗਿਆ, ਤੇ ਅਸੀਂ ਆਪਣੇ ਵਸਤਰਾਂ ਨੂੰ ਤੇ ਆਪਣੇ ਆਪ ਨੂੰ ਪਲੀਤ ਅਪਵਿੱਤਰ ਮੰਨਦੇ ਹਾਂ। ਤੇ ਜਿਹੜੀ ਮਨੁੱਖਾਂ ਦਾ ਖੂਨ ਪੀ ਜਾਣਾ, ਮਨੁੱਖਾਂ ਦਾ ਖੂਨ ਪੀਣਾ ਕੀ ਹੈ? ਕਿਸੇ ਦੀ ਖੂਨ ਪਰਸੀਨੇ ਦੀ ਹੱਕ ਦੀ ਕਮਾਈ, ਉਹਦੇ ਵਿੱਚੋਂ ਹੇਰਾ ਫੇਰੀ ਕਰਨੀ ਜਾਂ ਜ਼ਬਰਦਸਤੀ ਰੱਖ ਲੈਣੀ। ਹੁਣ ਕਿਸੇ ਦਾ ਹੱਕ ਬਣਦਾ 15 ਰੁਪਏ, 15 ਡਾਲਰ ਘੰਟੇ ਦੇ, ਤੇ ਉਸ ਨੂੰ 12 ਡਾਲਰ ਘੰਟੇ ਦੇ ਦੇਈ ਜਾਂਦਾ, 10 ਡਾਲਰ ਘੰਟੇ ਦੇ ਦੇਈ ਜਾਂਦਾ। ਇੱਕ ਤਾਂ ਕਾਨੂੰਨ ਤੋਂ ਬੇਮੁਖ ਹੋ ਗਿਆ, ਕਾਨੂੰਨ ਦੀ ਪਾਲਣਾ ਨਹੀਂ ਕਰ ਰਿਹਾ। ਦੂਸਰਾ, ਉਹਦੇ ਹੱਕ, ਉਹਦੇ ਖੂਨ ਪਰਸੀਨੇ ਦੀ ਕਮਾਈ ਦੇ ਵਿੱਚੋਂ ਇਹ ਹੇਰਾ ਫੇਰੀ ਕਰ ਰਿਹਾ, ਜ਼ਬਰਦਸਤੀ ਉਸਦੀ ਹੱਕ ਦੀ ਕਮਾਈ ਖਾ ਰਿਹਾ ਹੈ। ਤੇ ਬਾਬਾ ਜੀ ਕਹਿੰਦੇ ਨੇ, ਜੋ ਰਤ ਪੀਵਹਿ ਮਾਨਸਾ, ਤੈਨੂੰ ਕਿਉਂ ਨਿਰਮਲ ਚੀਤ? ਜਿਹੜੇ ਮਨੁੱਖਾਂ ਦੀ ਰਤ ਪੀਂਦੇ ਨੇ, ਮਨੁੱਖਾਂ ਦਾ ਖੂਨ ਪੀਂਦੇ ਨੇ, ਉਹਨਾਂ ਦਾ ਮਨ ਕਿਵੇਂ ਪਵਿੱਤਰ ਹੋ ਸਕਦਾ? ਉਹਨਾਂ ਦਾ ਚਿੱਤ ਕਿਵੇਂ ਪਵਿੱਤਰ ਹੋ ਸਕਦਾ? ਜਿਸ ਵੇਲੇ ਜਗਤ ਗੁਰੂ ਬਾਬਾ ਭਾਈ ਲਾਲੋ ਦੇ ਕੋਲ ਅਹਿਮਦਾਬਾਦ ਗਏ, ਤੇ ਭਾਈ ਲਾਲੋ ਦੇ ਘਰ ਕੁਝ ਦਿਨ ਜਗਤ ਗੁਰੂ ਬਾਬਾ ਰਹੇ, ਤਾਂ ਉਸ ਇਲਾਕੇ ਦਾ ਜੋ ਬੜਾ ਵੱਡਾ ਸੇਠ, ਮਾਲਦਾਰ, ਜਿਸ ਨੂੰ ਮਲਕ ਭਾਗੋ ਕਿਹਾ ਜਾਂਦਾ, ਇਹ ਮਲਕ ਭਾਗੋ ਨੇ ਉਹਨਾਂ ਦਿਨਾਂ ਦੇ ਵਿੱਚ ਬ੍ਰਾਹਮਣ ਭੋਜ ਕੀਤਾ, ਰੱਖਿਆ, ਤੇ ਬੜੀ ਦੂਰ ਦਰਾਜੋਂ ਫਕੀਰ ਲੋਕ, ਪੰਡਿਤ ਲੋਕ, ਮਹਾਤਮਾ ਲੋਕ, ਆਮ ਦੁਨੀਆ ਬ੍ਰਾਹਮਣ ਭੋਜ ਛਕਣ ਵਾਸਤੇ ਆਏ। ਤੇ ਉਸ ਨੂੰ ਪਤਾ ਲੱਗਿਆ ਕਿ ਲਾਲੋ ਤਰਖਾਣ ਦੇ ਘਰ ਇੱਕ ਨਾਨਕ ਤਪਾ ਵੀ ਆਇਆ ਹੋਇਆ,
उसने सुनेहा भेजा कि नानक तपे नूं कहो मलक भागो कहंदा मेरे घर ब्रह्म भोज हो रहा। बड़े बड़े साधु संत महात्मा पंडित आके ब्रह्म भोज छक रहे ने, तुसी भी आके ब्रह्म भोज छको। ते जगत गुरु बाबा जी ने इनकार कर दी जान तो। जिस वेले उहदे बंदियां ने जाके दस्या कि इनकार कर दी है हुण तो, उसने कहा कि उसनूं कहो कि तेनू इस ब्रह्म भोज विच आउणा ही पवेगा। जिस वेले दोबारा आए जगत गुरु बाबा जी कहने लगे ठीक है भाई चले चलते हैं। चले गए। हुण उसने ब्रह्म भोज दे विच बहुत महात्मा कहण वाले पंडित कहण वाले लोग बैठे ने, भोजन छक रहे ने, माल कूड़े खीरा ते कड़ा प्रसाद कई चीज़ां बड़ियां हुई ने, लोग छक रहे हैं। ते जगत गुरु बाबा भी चले गए। ते मलक भागो जगत गुरु बाबा जी नूं की कहंदा ऐ नानक तपे ऐ वेख महात्मा लोग पंडित लोग मेरे ब्रह्म भोज नूं छक रहे, तू इनकार क्यों कीती है? तू मेरे ब्रह्म भोज विच आउण तो क्यों मुनकर होया? ते जगत गुरु बाबा जी कहंदे मलक जी ਇਹ ਜਿਹੜਾ ਤੁਹਾਡਾ ਬ੍ਰਹਮ ਭੋਜ ਬਣਾਇਆ ਹੋਇਆ ਨਾ, ਜਿਹੜੇ ਤੁਹਾਡੇ ਪੈਸਿਆਂ ਤੋਂ ਇਹ ਪਦਾਰਥ ਬਣੇ ਨੇ, ਉਹ ਤੁਹਾਡੀ ਜਿਹੜੀ ਮਾਇਆ ਪੈਸੇ ਹੈ ਉਹ ਗਰੀਬਾਂ ਦੇ ਖੂਨ ਪਰਸੀਨੇ ਦੀ ਤੁਸੀਂ ਛੀਨ ਕੇ ਖੋਹ ਕੇ ਉਹਦੇ ਤੋਂ ਬ੍ਰਹਮ ਭੋਜ ਬਣਾਇਆ ਹੋਇਆ, ਅਸੀਂ ਇਹ ਨਹੀਂ ਛਕਦੇ। ਤੁਸੀਂ ਲੁੱਟ ਖਸੁੱਟ ਕੀਤੀ ਹੈ, ਤੁਸੀਂ ਲੋਕਾਂ ਦੇ ਹੱਕ ਨੂੰ ਮਾਰਿਆ, ਹੱਕ ਪਰਾਇਆ ਨਾਨਕਾ। ਉਸ ਸੂਅਰ ਉਸ ਗਾਏ ਗੁਰ ਪੀਰ ਹਾਮਾ ਤਾਂ ਧਰੇ, ਜਾਂ ਮੁਰਦਾਰ ਨਾ ਖਾਏ। ਸਤਿਗੁਰੂ ਕਹਿੰਦੇ ਪਰਾਇਆ ਹੱਕ ਖਾਣਾ ਹਿੰਦੂ ਵਾਸਤੇ ਗਾਂ ਦਾ ਮਾਸ ਖਾ ਲੈਣਾ, ਮੁਸਲਮਾਨ ਵਾਸਤੇ ਸੂਰ ਦਾ ਮਾਸ ਖਾ ਲੈਣਾ। ਸੋ ਜਗਤ ਗੁਰੂ ਬਾਬਾ ਜੀ ਕਹਿੰਦੇ ਨੇ ਐ ਮਲਕ ਭਾਗੋ ਤੇਰਾ ਜਿਹੜਾ ਬ੍ਰਹਮ ਭੋਜ ਹੈ ਇਹ ਗਰੀਬਾਂ ਦੇ ਖੂਨ ਪਰਸੀਨੇ ਦੀ ਕਮਾਈ ਜਿਹੜੀ ਹੈ, ਤੂੰ ਉਹਨਾਂ ਦੇ ਕੋਲੋਂ ਜਬਰਨ ਪੈਸੇ ਉਗਰਾ ਕੇ ਉਸਦਾ ਤੂੰ ਬ੍ਰਹਮ ਭੋਜ ਬਣਾਇਆ, ਅਸੀਂ ਇਹ ਖਾਣਾ ਨਹੀਂ। ਜਗਤ ਗੁਰੂ ਬਾਬਾ ਜੀ ਨੇ ਇਨਕਾਰ ਕਰ ਦਿੱਤੀ। ਤੇ ਜਿਸ ਵੇਲੇ ਜਗਤ ਗੁਰੂ ਬਾਬਾ ਭੂਮੀਏ ਕੋਲ ਗਏ ਤਾਂ ਭੂਮੀਆ ਚੋਰ ਵੀ ਹੋਇਆ, ਉਸਦੇ ਕੋਲ ਗਏ। ਉਸਨੇ ਜਗਤ ਗੁਰੂ ਬਾਬਾ ਜੀ ਦੇ ਦਰਸ਼ਨ ਕੀਤੇ, ਦਰਸ਼ਨ ਕਰਕੇ ਮੱਥਾ ਟੇਕਿਆ, ਜਗਤ ਗੁਰੂ ਬਾਬਾ ਜੀ ਦਾ ਸਤਿਕਾਰ ਕੀਤਾ। ਤੇ ਥੋੜੀ ਦੇਰ ਬਾਅਦ ਉਹ ਭੋਜਨ ਪਦਾਰਥ ਅੱਗੇ ਲਿਆ ਕੇ ਰੱਖੇ ਜਗਤ ਗੁਰੂ ਬਾਬੇ ਨੇ। ਤੇ ਜਗਤ ਗੁਰੂ ਬਾਬਾ ਕਹਿਣ ਲੱਗੇ ਵੀ ਭੂਮੀਆ ਤੇਰਾ ਨਾਂ ਕੀ? ਕਹਿੰਦਾ ਭੂਮੀਆ। ਸਤਿਗੁਰੂ ਕਹਿੰਦੇ ਭੂਮੀਆ ਪਹਿਲਾਂ ਤੂੰ ਦੱਸ ਇਹ ਜਿਹੜਾ ਤੂੰ ਭੋਜਨ ਮੇਰੇ ਅੱਗੇ ਲਿਆ ਕੇ ਰੱਖਿਆ ਕੀ ਕਿਰਤ ਕਰਦਾ, ਕੀ ਕਮਾਈ ਕਰਦਾ, ਸੱਚ ਕਮੀ? ਤੇ ਭੂਮੀਆ ਚੋਰ ਕਹਿਣ ਲੱਗਾ ਜੀ ਮੈਂ ਚੋਰ ਹਾਂ, ਚੋਰੀ ਦਾ ਧੰਦਾ ਕਰਦਾ, ਚੋਰੀ ਦਾ ਕੰਮ ਕਰਦਾ। ਜਗਤ ਗੁਰੂ ਬਾਬਾ ਜੀ ਕਹਿਣ ਲੱਗੇ ਫਿਰ ਅਸੀਂ ਇਹ ਤੇਰਾ ਭੋਜਨ ਨਹੀਂ ਛਕਣਾ। ਇਹ ਕਹਿਣ ਲੱਗਾ ਮਹਾਰਾਜ ਮੇਰਾ ਉਦਾਹਰਨ ਕਿਵੇਂ ਹੋਵੇਗਾ, ਕਿਰਪਾ ਕਰੋ ਛਕੋ। ਜਗਤ ਗੁਰੂ ਬਾਬਾ ਜੀ ਕਹਿਣ ਲੱਗੇ ਜੇ ਸਾਡੇ ਬਚਨ ਮੰਨੇ ਤੇ ਫਿਰ ਅਸੀਂ ਤੇਰਾ ਭੋਜਨ ਛਕਾਂਗੇ। ਕਹਿਣ ਲੱਗਾ ਹੁਕਮ ਕਰੋ। ਚੋਰੀ ਤੇ ਮੈਂ ਛੱਡ ਨਹੀਂ ਸਕਦਾ ਕਿਉਂਕਿ ਮੇਰੇ ਪੁਰਖਿਆਂ ਦਾ ਵੀ ਕੰਮ ਸੀ, ਮੇਰਾ ਵੀ ਕੰਮ ਹੈ, ਮੈਂ ਇਹ ਨਹੀਂ ਛੱਡ ਸਕਦਾ। ਜਗਤ ਗੁਰੂ ਬਾਬਾ ਕਹਿਣ ਲੱਗੇ ਚੋਰੀ ਨਹੀਂ ਤੈਨੂੰ ਛਡਾਉਂਦੇ। ਕਹਿਣ ਲੱਗਾ ਹੋਰ ਹੁਕਮ ਕਰੋ। ਜਗਤ ਗੁਰੂ ਬਾਬਾ ਕਹਿਣ ਲੱਗੇ ਇੱਕ ਤੇ ਇਹ ਪ੍ਰਣ ਕਰ ਪਈ ਗਰੀਬ ਨੂੰ ਮਜ਼ਲੂਮ ਨੂੰ ਨਹੀਂ ਲੁੱਟਣਾ, ਗਰੀਬ ਨੂੰ ਨਹੀਂ ਲੁੱਟਣਾ, ਗਰੀਬ ਦੇ ਚੋਰੀ ਨਹੀਂ ਕਰਨੀ।
दूसरा सच बोलना, तीसरा जिसका नमक खाना हराम नहीं करना, जिसका नमक खाना हराम नहीं करना, सच बोलना ते गरीब मार नहीं करनी। बस तीन वचन साडे मन लवे ते ठीक है। कहन लगा जी मैनू परवान है, अज तो बाद गरीब मार नहीं करांगा, झूठ नहीं बोलांगा, जिसका नमक खाता उसका खा के हराम नहीं करांगा। जगत गुरु बाबा जी ने फिर उसका भोजन छकिया। कहने तो मुराद जे किसे दे खून पसीने जी किसे दा हक मार के खाधा ना ते उसका खून पीता है। ते जे असीं बाहरों साडे बस्त्रां ते दो चार किसे खून दे छिट्टे तुम के डिग जाण ते असीं समझदे साडा बस्त्र साडे कपड़े पलीत हो गए, मैले कचैले हो गए, ये पहनण दे हुण योग नहीं, पहनण धोना पवेगा। पर जेड़े अंदर तू लोकां दा खून पाई जाना, खून पीवी जाना, ये आत्मा किवें पवित्र हो सकती है। तो जगत बाबा गुरु बाबा जी कहते जे रत लगे कपड़े जामा हुए पुनीत, जो रत पीवह मानसा तिन क्यों निर्मल शीत। जो मनुखां दी रत पींदे ने उन्हां दा चित्त, उन्हां दा हिरदा, उन्हां दी आत्मा किवें पवित्र हो सकती है, निर्मल तो भाव पवित्र। जो लोगों ने खून पसीने की कमाई खाते ने उन्हां दा आत्मा कदे पवित्र नहीं हो सकता। ते जगत गुरु बाबा जी अगे फरमाते ने नानक नाम खुदाए का दिल अच्छे मुख अवर दिवाजे दुनिया के झूठे अमल करे। नानक नाम खुदाए का दिल अच्छे मुख लेहू। ऐ बंदे ऐ मनुख परमेश्वर दा नाम, नानक नाम खुदाए का रब दा नाम दिल अच्छे मन नूं साफ करके नाम जप, नाम लै, दिल अच्छे मुख लियो। अंदरों मन दे अंदरों मैल कढ के इस मन नूं साफ करके, नीत नूं साफ करके ते रब दी बंदगी कर। नानक नाम खुदाए का दिल अच्छे मुख लियो। अवर दिवाजे दुनी के झूठे अमल करे हो। बाकी जेड़े होर तू दावे बनदा फिरदा है ना भी मैं धर्म कर्म कीता, मैं दान पुण्य कीता, मैं तीर्थ यात्रा कीती, मैं मंदिर मस्जिद गुरुद्वारे गया, ये तेरे दावे झूठे ने, किसी लेखे दे विच नहीं। जे तू हराम खादा, किसी दी खून पसीने दी कमाई खाधी है, किसी दा हक खादा ते होर जिन्ने भी तू दावे करदा ना धर्मी होण दे, ये तेरे दावे सारे ही फजूल ने। अवर दिवाजे दुनी के झूठे अमल करे हो। एवें दुनिया दे होर दावे बनदा फिरदा, होर झूठे अमल करदा फिरदा, किसी नूं लुट के लिया के। हुण जे कोई कवे भई लुट पुट के लोकां दा माल सवाल ते धार्मिक अस्थान बना दिता जावे, की तुसी उस बंदे नूं कहोगे कि ये धर्मी है? लुटिया ते लोकां नूं है। अज दे युग विच पता की हुंदा है? अज दे युग विच ये हो रहा है, खास करके इंडिया दे विच, भई जे 2 नंबर दी कमाई कीती है ना 50 करोड़ दी,
ਤੇ 10 ਲੱਖ ਕਿਤੇ ਧਾਰਮਿਕ ਸਥਾਨ ਤੇ ਲਾ ਦਿੱਤਾ ਤੇ ਲੋਕ ਕਹਿੰਦੇ ਬੜਾ ਬਈ ਧਾਰਮੀ ਬੰਦਾ ਹੈ। ਇਹ ਨਹੀਂ ਪਤਾ ਵੀ ਇਹਨੇ 50 ਕਰੋੜ ਦਾ 2 ਨੰਬਰ ਦਾ ਪੈਸਾ ਹਜਮ ਕੀਤਾ, ਉਹਦੇ ਚੋਂ 10 ਲੱਖ ਧਰਮ ਦੇ ਲੇਖੇ ਲਾਤਾ ਤੇ ਇਹ ਧਰਮੀ ਬਣ ਗਿਆ। ਨਾ, ਧਰਮੀ ਨਹੀਂ ਹੋ ਸਕਦਾ। ਸੋ ਇਹ ਇਨਸਾਨ, ਧਰਮੀ ਇਨਸਾਨ ਉਹ ਹੈ ਜਿਹੜਾ 10 ਨੌਆਂ ਦੀ ਧਰਮ ਦੀ ਕਿਰਤ ਕਰਦਾ, ਹੱਕ ਦੀ ਕਮਾਈ ਖਾਂਦਾ। ਜਗਤ ਗੁਰੂ ਬਾਬੇ ਦਾ ਇਹ ਉਪਦੇਸ਼ ਹੈ। ਜਦੋਂ ਵੀ ਜਗਤ ਗੁਰੂ ਬਾਬਾ ਜਾਂਦੇ ਕਿਤੇ ਵੀ ਨਾਮ ਜਪਣਾ, 10 ਨੌਆਂ ਦੀ ਧਰਮ ਦੀ ਕਿਰਤ ਕਰਨੀ, ਵੰਡ ਕੇ ਛਕਣਾ, ਇਹ ਜਗਤ ਗੁਰੂ ਬਾਬੇ ਦਾ ਮੇਨ ਉਪਦੇਸ਼ ਸੀ। ਤੇ ਹੁਣ ਅਸੀਂ ਆਪਣੇ ਅੰਦਰ ਝਾਤੀ ਮਾਰਨੀ ਹੈ ਕਿ ਅਸੀਂ 10 ਨੌਆਂ ਦੀ ਧਰਮ ਦੀ ਕਿਰਤ ਕਰਦੇ ਹਾਂ ਕਿ ਕਿਸੇ ਦਾ ਹੱਕ ਮਾਰ ਰਹੇ, ਹੱਕ ਖਾ ਰਹੇ ਹਾਂ। ਜੇ ਤੂੰ ਹੱਕ ਮਾਰ ਕੇ ਲਿਆਵੇਂ ਗੁਰਦੁਆਰੇ ਤੇ ਉਹ ਪ੍ਰਵਾਨ ਨਹੀਂ। ਜੇ ਤੂੰ ਹੱਕ ਮਾਰ ਕੇ ਮੰਦਿਰ ਵਿੱਚ ਲੈ ਜਾਏ, ਕਿਸੇ ਦਾ ਹੱਕ ਮਾਰ ਕੇ ਖੋਹ ਕੇ ਮੰਦਿਰ ਮਸਜਿਦ ਕਿਤੇ ਵੀ ਲੈ ਜਾਏ, ਉਹ ਰੱਬ ਦੇ ਦਰ ਉੱਤੇ ਪ੍ਰਵਾਨ ਨਹੀਂ ਹੋਣਾ। ਜੇ ਤੂੰ ਆਪਣੀ ਹੱਕ ਦੀ ਕਮਾਈ, ਕਿਰਤ ਕਮਾਈ ਦੇ ਵਿੱਚੋਂ 2 ਪੈਸੇ ਵੀ ਲਿਆ ਕੇ ਰੱਬ ਅੱਗੇ ਰੱਖ ਦੇਗਾ, ਉਹ ਪ੍ਰਵਾਨ ਹੋ ਜਾਣੇ ਨੇ। ਤੇ ਜੇ ਤੂੰ 2 ਨੰਬਰ ਦੀ ਕਮਾਈ, ਕਿਸੇ ਦਾ ਹੱਕ ਮਾਰ ਕੇ ਭਾਵੇਂ ਜਿੰਨੇ ਮਰਜ਼ੀ ਲਿਆ ਕੇ ਧਾਰਮਿਕ ਸਥਾਨ ਦੇ ਉੱਤੇ ਰੱਖ ਦੇ, ਰੱਬ ਦੇ ਦਰ ਦੇ ਉੱਤੇ ਪ੍ਰਵਾਨ ਨਹੀਂ ਹੋਣੇ। ਤੋ ਅੱਗੇ ਜਗਤ ਗੁਰੂ ਬਾਬਾ ਜੀ ਕੀ ਫਰਮਾਨ ਕਰਦੇ ਹਨ? ਮਹੱਲਾ ਪਹਿਲਾ, ਜਾਂ ਹੋ ਨਾਹੀ ਤਾਂ ਕਿਆ ਆਖਾਂ, ਕਿਉਂ ਨਾਹੀ ਕਿਆ ਹੋਵਾਂ। ਜਗਤ ਗੁਰੂ ਬਾਬਾ ਜੀ ਕਹਿੰਦੇ ਮੇਰੇ ਇਨਸਾਨ ਜੀ ਕੀ ਪਾਇਆ ਹੈ। ਭਾਵ ਬੀਤੇ ਹੋਏ ਸਮੇਂ ਦੇ ਵਿੱਚ ਵੀ ਮੇਰਾ ਕੋਈ ਵਜੂਦ ਨਹੀਂ ਸੀ, ਮੈਂ ਨਹੀਂ ਸੀ, ਹੁਣ ਵੀ ਹੈ ਨਹੀਂ। ਆਉਣ ਵਾਲੇ ਸਮੇਂ ਦੇ ਵਿੱਚ ਵੀ ਮੇਰਾ ਕੀ ਵਜੂਦ ਹੈ, ਮੇਰੀ ਕੀ ਪਾਇਆ ਹੈ, ਮੇਰੀ ਕੀ ਤਾਕਤ ਹੈ, ਮੇਰੀ ਕੀ ਹੋਂਦ ਹੈ। ਭਾਵ ਆਪਣੀ ਹਉਮੈ ਨੂੰ, ਹੰਕਾਰ ਨੂੰ ਖਤਮ ਕਰਨਾ, ਮੈਂ ਨੂੰ ਖਤਮ ਕਰਨਾ। ਜਿਹੜਾ ਮੈਂ ਬੜੀ ਵਿੱਚ ਨਾ ਹਉਮੈ ਬੜੀ ਹੈ, ਹੰਕਾਰ ਬੜਿਆ, ਇਸ ਹੰਕਾਰ ਨੂੰ, ਇਸ ਮੈਂ ਨੂੰ ਖਤਮ ਕਰਨਾ। ਜਿਸ ਦਿਨ ਇਸ ਮੈਂ ਨੂੰ ਖਤਮ ਕਰ ਦੇਵੇਂਗਾ, ਉਸ ਦਿਨ ਪਰਮੇਸ਼ਵਰ ਦੇ ਦਰ ਉੱਤੇ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ। ਜਬ ਆਪਾ ਪਰਕਾ ਮਿਟ ਗਿਆ, ਜਤ ਦੇਖਾਂ ਤਤ ਤੂੰ। ਜਦੋਂ ਤੇਰੇ ਅੰਦਰੋਂ ਆਪਣਾ ਪਰਾਇਆ ਭਾਵ ਮਿਟ ਗਿਆ, ਸਭ ਪਾਸੇ ਨਿਰੰਕਾਰ ਦਿਸਣ ਲੱਗ ਪਿਆ। ਜਬ ਹਮ ਹੋਤੇ ਤਬ ਤੂੰ ਨਹੀਂ, ਅਬ ਤੂੰ ਹੀ ਮੈਂ ਨਹੀਂ। ਜਿੰਨਾ ਚਿਰ ਤੇਰੇ ਅੰਦਰ, ਮੇਰੇ ਅੰਦਰ ਮੈਂ ਸੀ, ਉਨੀ ਦੇਰ ਪਰਮੇਸ਼ਵਰ ਨਹੀਂ ਤੇਰੇ ਅੰਦਰ ਵਸਿਆ। ਜਦੋਂ ਤੇਰੇ ਅੰਦਰੋਂ ਮੈਂ ਨਿਕਲ ਗਈ ਤੇ ਪਰਮੇਸ਼ਵਰ ਤੇਰੇ ਅੰਦਰ ਆ ਗਿਆ। ਜਦ ਹਮ ਹੋਤੇ, ਜਿੰਨਾ ਚਿਰ ਮੈਂ ਸੀ, ਤਬ ਤੂੰ ਨਹੀਂ, ਉਦੋਂ ਤੂੰ ਮੇਰੇ ਅੰਦਰ ਆਇਆ ਨਹੀਂ। ਅਬ ਤੂੰ ਹੀ ਮੈਂ ਨਹੀਂ, ਹੁਣ ਤੂੰ ਮੇਰੇ ਅੰਦਰ ਆ ਗਿਆ, ਮੈਂ ਤੇ ਮਾਰੀ ਗਈ, ਖਤਮ ਹੋ ਗਈ। ਸੋ ਇਸ ਹਉਮੈ ਦਾ ਤਿਆਗ ਕਰਨਾ ਹੈ। ਤੋ ਜਗਤ ਗੁਰੂ ਬਾਬਾ ਜੀ ਕਹਿ ਰਹੇ ਨੇ, ਕੀਤਾ ਕਰਨ ਕਹਿਆ ਕਥਨ, ਭਰਿਆ ਭਰ ਭਰ ਧੂਮਾ। ਮੇਰਾ ਤੇ ਜੀਵਨ ਇਸ ਤਰ੍ਹਾਂ ਦਾ ਕੀਤਾ ਕਰਨਾ, ਭਾਵ ਮੇਰੇ ਕੰਮ, ਕਹਿਆ ਕਥਨਾ, ਮੇਰੀਆਂ ਗੱਲਾਂ ਬਾਤਾਂ ਇਹੋ ਜਿਹੀਆਂ ਹਨ ਜਿਨ੍ਹਾਂ ਦੇ ਨਾਲ ਮੈਂ ਗੁਨਾਹਾਂ ਦੇ ਨਾਲ ਭਰਿਆ ਪਿਆ ਹਾਂ। ਮੇਰਾ ਕੰਮ, ਮੇਰੇ ਕਹਿਣੇ ਐਸੇ ਨੇ ਜਿਨ੍ਹਾਂ ਕਰਕੇ ਮੈਂ ਗੁਨਾਹਾਂ ਦੇ ਨਾਲ ਭਰਿਆ ਪਿਆ। ਮੈਂ ਆਪਣੇ ਗੁਨਾਹਾਂ ਨੂੰ ਧੋਂਦਾ, ਗੁਨਾਹਾਂ ਨੂੰ ਸਾਫ਼ ਕਰਦਾ। ਐ ਇਨਸਾਨ ਤੂੰ ਹੋਸ਼ ਕਰ, ਆਪਣੇ ਅੰਦਰ ਝਾਤੀ ਮਾਰ, ਨਿਗਾਹ ਮਾਰ। ਜਿਸ ਦਿਨ ਤੂੰ ਆਪਣੇ ਅੰਦਰ ਅੰਤਰਮੁਖੀ ਹੋ ਕੇ ਨਿਗਾਹ ਮਾਰੇਗਾ ਨਾ,
उस दिन तेनू पता लगेगा। वैसे तो इंसान की यात्रा जिहड़ी है अंदर तो शुरू होनी है ते अंदर ते ही जाके खत्म होनी है। जिन्ना चिर अपने अंदर नहीं बढ़िया, अंदर नहीं आया, उन्ना चिर यात्रा ही नहीं आरंभ हुई। ਇਹਦੇ ਜੀਵਨ ਦੀ ਯਾਤਰਾ ਹੀ ਉਸ ਦਿਨ ਆਰੰਭ ਹੋਣੀ ਜਿਸ ਦਿਨ ਇਹ ਆਪਣੇ ਅਸਲੇ ਨੂੰ ਪਛਾਣੇਗਾ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ, ਸਦਾ ਸਦਾ ਰਮਾਨ। ਆਪਣੇ ਅਸਲੇ ਦੀ ਪਛਾਣ ਕਰ, ਆਪਣੇ ਆਤਮਾ ਦੀ ਇਸ ਜੋਤ ਦੀ ਪਛਾਣ ਕਰ ਜਿਹੜੀ ਅੰਦਰ ਬੋਲ ਰਹੀ ਹੈ। ਸਾਨੂੰ ਗੁਰੂ ਸਾਹਿਬ ਜੀ ਉਪਦੇਸ਼ ਦਿੰਦੇ ਨੇ, आप ना बुझा लोक बुझाए, ऐसा आगू होगा। हे भाई, आप ते मैं कुछ समझ नहीं रहा, आप ते मैं कुछ बुझ नहीं रहा, आप ते मैनू कोई ज्ञान नहीं, ते लोकां नू मैं ज्ञान दियां बातां कर करके दस रहा। आप ना बुझा लोक बुझाई, लोकां नू बुझा रहा, लोकां नू दस रहा। ऐसा आगू होगा जिहड़ा इस तरह का आगू है, जो कह रहा है उस दे उत्ते आप ते अमल करदा ही नहीं, उसका आप ते ज्ञान है ही नहीं, सिर्फ एक कथनी है। जिहड़ा रब तो भुलिया होया ना, असी भुल गए लोग। असी थर्मामीटर किहड़ा रख लिया गुरमुख नूं पछाणन दा, रब दे बंदे नूं पछाणन दा, संत भगत नूं पछाणन दा। असी उसदा पहरावा रख लिया। मापदंड असी पहरावा रख लिया। पहरावे नूं वेख के कहने धार्मिक बंदा है। अरे भाई, पहरावे दे नाल कोई धार्मिक बंदा नहीं हो सकता। हो सकता एक धार्मिक इंसान जिसने पहरावा धार्मिक बनाया वो चोर ठग हो सकता है एक टाई वाला, पैंट शर्ट वाला, जिसनों असीं एवें ही वेखदे हां, उहदा जीवन साधुआं वाला, रब्बी बंदियां वाला होवे। ये हो सकता है। साडा अगले नूं वेखण दा जिहड़ा साडा नज़रिया वो बहुत छोटा है। ते हजूर कहंदे ने ये जिहड़ा अपने आप नूं धार्मिक आगू कहाउण वाला इंसान है, आप ते इसनूं ज्ञान नहीं, आप ते उस ते अमल नहीं करदा, ते दूसरियां नूं ज्ञान दे रहा है। नानक अंधा हुए कै दस राह सब समाए सत। जिहड़ा इस तरह का आगू है ना, जिन्हों आप ते ज्ञान नहीं, आप ते उस दे उत्ते चलदा नहीं, लोकां नूं समझाउंदा, ते हजूर पातशाह जी कहंदे ने इहो जिहा जिहड़ा आगू है ना, वो ते फिर इस तरह अंधा होए कै दस्सै राह। जिवें किसी नूं अन्ना पुरुष किसी नूं राह समझावे। हुण अन्ना की राह समझा सकदा है जिसनूं आप ही नहीं दिसदा। नानक अपने मन नूं संबोधन करके हजूर कहंदे अंधा होए कै दस्सै राह। अंधा हो के आप दे ज्ञान तो हीन है ते लोकां नूं ज्ञान करवा रहा है। ते हजूर पातशाह जी सब समाए सत है। इस तरह का जिहड़ा अंधा आगू है ना, ज्ञान तो हीना आगू है, सब समाए सत है। वो अपने साथ संगियां साथियां नूं भी ठगा देवेगा, ठगिया आप भी जाएगा ते उसदे संगी साथी भी ठगे जाएंगे। जिहड़ा आप खुद ज्ञान तो हीन है ते आगू बड़िया लोकां नूं ज्ञान दिंदा है,
इस तरह का ज्ञान देने वाला इंसान खुद ठग्या जाएगा, उसदे नाल जिहड़े संगी साथी वो भी ठगे जाणगे। अगे गया मोहि मोह पाए सो ऐसा आगू जागा। इस तरह का जिहड़ा आगू है ना, ज्ञान तो होना, ज्ञान तो खाली लोकां नूं धर्म का मार्ग दर्शाउंदा है, आप नूं धर्म के मार्ग का पता नहीं। ते हजूर बाबा जी कहते अगे गया मोहे मोह पावे ऐसा आगू जापै। ऐसा जिहड़ा आगू है ना, जदों अगे जाएगा मूहों मूह दे उत्ते पैणगियां छित्तर पैणगे, जुत्तियां पैणगियां। ओए जो तू लोकां नूं कहंदा रहे आप करदा रहे, जो तू उपदेश करदा सी कमाया कदे, फिटकारां पैणगियां जुत्तियां पैणगियां ऐसे इंसान नूं। तो हजूर अगले पौड़ी दे अंदर हुण की फरमान करदे हन। पौड़ी महारुति सरतू घड़ी मूर्त विचारा। ऐ इंसान जे तू वाहेगुरु नूं सिमरना याद करना ते किसे खास महीने नूं, किसे रुत नूं, किसे घड़ी मूर्त पल समय दी विचार ना कर कि फलाना। जिवें साडे हिंदुस्तान दे अंदर जिहड़े पुराने लोग सी ना, वो कहंदे जी माघ दा महीना जिहड़ा है ना ये बड़ा पवित्र है। माघ दे महीने विच दान पुन सिमरन भजन इशनान कीता बड़ा फलदायक हुंदा है। गुरु साहब कहंदे ओ भलिया सारियां रुतां चंगियां ने, सारे महीने चंगे ने, सारे दिन चंगे ने, जिस दिन तू परमेश्वर दे नाल जुड़ जाए। जिस दिन परमेश्वर नूं भुल जाए, ਉਹ ਭਾਵੇਂ ਮਹੀਨਾ ਕਿਹੜਾ ਹੋਵੇ, ਕਿਹੜੀ ਰੁੱਤ ਹੋਵੇ, ਕਿਹੜਾ ਦਿਨ ਹੋਵੇ, ਕਿਹੜੀ ਘੜੀ ਹੋਵੇ, ਜਗਤ ਗੁਰੂ ਬਾਬੇ ਜੀ ਨੇ ਉਸ ਟਾਈਮ ਨੂੰ ਫਟਕਾਰ ਦਿੱਤਾ ਹੈ। ਨਾਨਕ ਸੋਈ ਦਿਵਸ ਸੁਹਾਵੜਾ, ਜਿਤ ਪ੍ਰਭ ਆਇਆ ਚਿੱਤ, ਜਿਤ ਦਿਨ ਵਿਸਰੈ ਪਾਰ ਬ੍ਰਹਮ, ਫਿਰਟ ਭਲੇਰੀ ਉਤ। ਜਿਸ ਸਮੇਂ ਰੱਬ ਚਿੱਤੇ ਆਵੇ ਉਹ ਦਿਨ, ਉਹ ਰੁੱਤ, ਉਹ ਸਮਾਂ ਸੁਹਾਵਣਾ ਹੈ। ਜਿਸ ਦਿਨ ਜਿਸ ਸਮੇਂ ਪਰਮੇਸ਼ਵਰ ਭੁੱਲ ਜਾਏ, ਉਸ ਸਮੇਂ ਨੂੰ, ਉਸ ਰੁੱਤ ਨੂੰ, ਉਸ ਦਿਨ ਨੂੰ, ਉਸ ਮਹੀਨੇ ਨੂੰ ਫਟਕਾਰ ਦਿੱਤਾ ਹੈ ਗੁਰੂ ਬਾਬੇ ਨੇ। ਤੋ ਹਜ਼ੂਰ ਬਾਬਾ ਜੀ ਕਹਿੰਦੇ ਮਹਾ ਰੁੱਤੀ ਸਭ ਤੂੰ ਘੜੀ ਮੂਰਤ ਵਿਚਾਰਾ। ਐਵੇਂ ਨਾ ਕਰਦਾ ਫਿਰ ਵੀ ਫਲਾਨਾ ਮਹੀਨਾ ਚੰਗਾ ਹੈ, ਫਲਾਨੀ ਘੜੀ ਚੰਗੀ ਹੈ, ਫਲਾਨੀ ਰੁੱਤ ਚੰਗੀ ਹੈ। ਨਹੀਂ, ਇਹਨਾਂ ਗਿਣਤੀਆਂ ਮਿਣਤੀਆਂ ਦੇ ਨਾਲ ਤੇਰਾ ਕੁਝ ਨਹੀਂ ਬਣਨਾ। ਤੂੰ ਗਣਤੇ ਕਿਨੇ ਨਾ ਪਾਏ ਸੱਚੇ ਅਲਖ ਵਿਚਾਰਾ। ਉਹ ਜੋ ਅਲਖ ਪਰਮੇਸ਼ਵਰ ਨਾਲ ਲਿਖਿਆ ਜਾਣ ਵਾਲਾ, ਉਸ ਦੇ ਵਿਚਾਰ ਨੂੰ, ਉਸ ਦੀ ਪ੍ਰਾਪਤੀ ਨੂੰ ਗਣਤੀਆਂ ਮਿਣਤੀਆਂ ਦੁਆਰਾ ਨਹੀਂ ਪਾਇਆ ਜਾ ਸਕਦਾ। ਕਈ ਵਾਰੀ ਇਨਸਾਨ ਪਰਮੇਸ਼ਵਰ ਨਾਲ ਵੀ ਸੌਦੇਬਾਜ਼ੀਆਂ ਕਰਨ ਲੱਗ ਪੈਂਦਾ, ਗਿਣਤੀਆਂ ਮਿਣਤੀਆਂ ਕਰਦਾ ਹੈ। ਅਸੀਂ ਕਹਿੰਦੇ ਜੀ ਮੈਂ ਜੀ ਅੱਜ 5 ਵਾਰੀ ਜਪਜੀ ਸਾਹਿਬ ਦਾ ਪਾਠ ਕੀਤਾ, 5 ਬਾਣੀਆਂ ਪੜ੍ਹੀਆਂ ਜੀ, ਸੁਖਮਨੀ ਸਾਹਿਬ ਪੜ੍ਹੀ ਜੀ, ਮੈਂ ਜੀ 11 ਵਾਰੀ ਜਪਜੀ ਸਾਹਿਬ ਪੜ੍ਹਦਾ, ਮੈਂ ਜੀ 5 ਮਾਲਾ ਮੂਲ ਮੰਤਰ ਦੀਆਂ ਕਰਦਾ। ਉਹ ਭਾਈ ਇਹ ਗਿਣਤੀਆਂ ਮਿਣਤੀਆਂ ਪਰਮੇਸ਼ਵਰ ਦੇ ਨਾਲ ਨਹੀਂ ਚੱਲਣੀਆਂ। ਜੇ ਤੂੰ ਪਰਮੇਸ਼ਵਰ ਨੂੰ ਮਿਲਣਾ ਚਾਹੁੰਦਾ, ਜੇ ਪਰਮੇਸ਼ਵਰ ਦੇ ਦਰਸ਼ਨ ਦੀਦਾਰ ਦੀ ਤੇਰੇ ਅੰਦਰ ਸਿੱਖ ਹੈ, ਤੇ ਫਿਰ ਗਿਣਤੀਆਂ ਮਿਣਤੀਆਂ ਛੱਡ ਦੇ। ਜਿਹਦੇ ਨਾਲ ਆਪਾਂ ਸੌਦਾਬਾਜ਼ੀ ਕਰੀਏ ਉਹਦੇ ਨਾਲ ਪਿਆਰ ਥੋੜ੍ਹਾ ਹੁੰਦਾ। ਇਹ ਤੇ ਸੌਦਾਬਾਜ਼ੀ ਹੈ। ਪਿਆਰ ਤੇ ਹੁੰਦਾ ਜਿੱਥੇ ਕੋਈ ਸੌਦਾਬਾਜ਼ੀ ਨਹੀਂ, ਕੋਈ ਗਿਣਤੀ ਮਿਣਤੀ ਨਹੀਂ, ਕੋਈ ਲੇਖਾ ਜੋਖਾ ਨਹੀਂ, ਉਹਨੂੰ ਕਹਿੰਦੇ ਨੇ ਪਿਆਰ। ਤੇ ਜਿੱਥੇ ਗਿਣਤੀਆਂ ਮਿਣਤੀਆਂ ਲੇਖੇ ਜੋਖੇ ਹੁੰਦੇ ਨੇ, ਉਹ ਪਿਆਰ ਥੋੜ੍ਹੀ ਹੈ, ਉੱਥੇ ਵਿਖਾਵਾ ਹੈ। ਤੋ ਹਜ਼ੂਰ ਕਹਿੰਦੇ ਨੇ ਗਣਤੂ ਗਣਤੇ ਕਿਨੇ ਨਾ ਪਾਇਓ ਸੱਚਿਆ ਲੱਖ ਪਾਰਾ। ਅਲੱਖ ਪਰਮੇਸ਼ਵਰ ਨੂੰ
ਗਿਣਤੀਆਂ ਮਿਣਤੀਆਂ ਦੇ ਨਾਲ ਨਹੀਂ ਪਾਇਆ ਜਾ ਸਕਦਾ। ਪੜਿਆ ਮੂਰਖ ਆਖੀਐ ਜਿਸ ਲੱਭ ਲੋਭ ਹੰਕਾਰ। ਹਜ਼ੂਰ ਕਹਿੰਦੇ ਉਹ ਪੜਿਆ ਵੀ ਮੂਰਖ ਇਨਸਾਨ ਹੈ, ਪੜੇ ਨੂੰ ਵੀ ਮੂਰਖ ਕਹਿਤਾ। ਕਿਉਂ? ਪੜਿਆ ਮੂਰਖ ਆਖੀਐ ਜਿਸ ਲੱਭ ਲੋਭ ਹੰਕਾਰਾ। ਲੱਭ ਕਹਿੰਦੇ ਨੇ ਜ਼ਬਾਨ ਦੇ ਚਸਕੇ, ਲੋਭ ਕਹਿੰਦੇ ਨੇ ਲਾਲਚ ਨੂੰ। ਹੁਣ ਨਾ ਤੇ ਲੱਭ ਮਾੜਾ ਨਾ ਲੋਭ ਮਾੜਾ, ਹੱਦੋਂ ਪਰੇ ਹਰ ਇੱਕ ਚੀਜ਼ ਬੁਰੀ ਹੈ। ਜਿਹੜੀ ਹੱਦ ਨੂੰ ਟੱਪ ਜਾਂਦੇ ਨਾ ਆਪਾਂ, ਉਹੀ ਬੁਰੀ। ਨਾ ਕਾਮ ਬੁਰਾ, ਨਾ ਕ੍ਰੋਧ ਬੁਰਾ, ਨਾ ਮੋਹ ਬੁਰਾ, ਨਾ ਲੋਭ ਬੁਰਾ, ਨਾ ਹੰਕਾਰ, ਪਰ ਕੁਛ ਨਹੀਂ ਬੁਰਾ। ਹੁਣ ਭੋਜਨ ਰੋਜ਼ ਹੀ ਛਕਦੇ ਆ, 2 ਪ੍ਰਸ਼ਾਦਿਆਂ ਦੀ ਕੰਪੈਸਿਟੀ ਹੈ, 6 ਛਕ ਜਾਵਾਂਗੇ ਤੇ ਬੁਰੇ ਹੀ ਹੋ ਜਾਣਗੇ। 2 ਚਮਚੇ ਘੀ ਦੇ ਨਹੀਂ ਹਜਮ ਕਰ ਸਕਦਾ, ਛਟਾਂਕ ਘੀ ਖਾ ਜਾਵੇਗਾ ਤੇ ਉਹ ਘੀ ਦੀ ਖਰਾਬੀ ਕਰ ਦੇਵੇਗਾ। ਦੁੱਧ ਬੜਾ ਸੁੰਦਰ ਹੈ, ਅੰਮ੍ਰਿਤ ਕਿਹਾ ਜਾਂਦਾ ਹੈ। ਪਾਈਆ ਦੁੱਧ ਹਜਮ ਹੁੰਦਾ ਤੇ ਕਿਲੋ ਪੀ ਲਵੇਗਾ ਤੇ ਆਪੇ ਹੀ ਖਰਾਬ ਕਰੇਗਾ। ਹਰ ਇੱਕ ਚੀਜ਼ ਜਦੋਂ ਹੱਦ ਤੋਂ ਲੰਘ ਜਾਂਦੇ ਆ ਉਦੋਂ ਖਰਾਬ ਕਰਦੀ ਹੈ। ਹੁਣ ਆਪਾਂ ਭੋਜਨ ਛਕਦੇ ਆ, ਜੇ ਆਪਾਂ ਕੀ ਜ਼ੁਬਾਨ ਦਾ ਚਸਕਾ, ਜਿਹੜੀ ਚੀਜ਼ ਅੰਦਰ ਹੀ ਨਾ ਲੰਘਦੀ ਹੋਵੇ ਤੈਨੂੰ ਖਾ ਕਿਵੇਂ ਲਵਾਂਗੇ? ਹੁਣ ਕੋਈ ਸਵਾਦਿਸ਼ਟ ਬਣੀ ਹੋਵੇਗੀ, ਚੰਗੀ ਬਣੀ ਹੋਵੇਗੀ ਤਾਂ ਹੀ ਖਾ ਸਕਦੇ ਨੇ। ਜ਼ੁਬਾਨ ਦਾ ਚਸਕਾ ਨਹੀਂ ਕਿਹਾ ਜਾ ਸਕਦਾ। ਜ਼ੁਬਾਨ ਦਾ ਚਸਕਾ ਤੇ ਉਹ ਹੁੰਦਾ ਵੀ ਜਿਹੜਾ ਹੱਦੋਂ ਪਰੇ ਚਲੇ ਗਿਆ। ਇੱਕ ਤੇ ਖਾਣਾ ਹੁੰਦਾ ਨਾ ਜੀਵਨ ਚਲਾਉਣ ਵਾਸਤੇ ਵੀ ਇਹ ਸਰੀਰ ਚੱਲਦਾ ਰਹੇ, ਤੇ ਇੱਕ ਖਾਣਾ ਹੀ ਮੁਕਾਉਣ ਵਾਸਤੇ ਇਨਸਾਨ ਬਣ ਜਾਂਦਾ ਵੀ ਇਹ ਭੋਜਨਾਂ ਨੂੰ ਮੁਕਾਉਣਾ ਹੀ ਹੈ। ਉਹ ਫਿਰ ਹੱਦੋਂ ਬਾਹਰ, ਉਹਨੂੰ ਕਹਿੰਦੇ ਨੇ ਲੱਭ। ਜ਼ਬਾਨ ਦਾ ਚਸਕਾ, ਆ ਵੀ ਖਾ ਲੈ, ਉਹ ਵੀ ਖਾ ਲੈ, ਆ ਵੀ। ਪੇਟ ਨੂੰ ਲੋੜ ਨਹੀਂ ਤੇ ਬਗੈਰ ਲੋੜ ਤੋਂ ਹੀ ਖਾਈ ਜਾਂਦਾ, ਇਸ ਨੂੰ ਕਹਿੰਦੇ ਲੱਭ। ਲੋਭ, ਲੋਭ ਕਹਿੰਦੇ ਨੇ ਜਿਤਨੀ ਨਾਲ ਚੀਜ਼ ਨਾਲ ਤੇਰਾ ਗੁਜ਼ਾਰਾ ਹੁੰਦਾ ਹੈ, ਜੀਵਨ ਤੇਰਾ ਬਸਰ ਹੁੰਦਾ ਹੈ, ਉਹ ਤੇ ਤੇਰਾ ਹੱਕ ਬਣਦਾ। ਤੇ ਜੇ ਤੂੰ ਹੁਣ ਦੂਸਰਿਆਂ ਦਾ ਵੀ ਹੱਕ ਮਾਰ ਕੇ ਬੈਠ ਜਾਏ, ਦੱਬ ਕੇ ਬੈਠ ਜਾਏ, ਤੂੰ ਕਵੇਂ ਜਿਹੜੇ ਦੂਸਰੇ ਦੇ ਜੇਬ 'ਚ ਪੈਸੇ ਨੇ ਮੇਰੀ ਜੇਬ 'ਚ ਆ ਜਾਣ, ਫਿਰ ਤੇ ਇਹ ਲੋਭ ਲਾਲਚ ਹੋ ਗਿਆ ਨਾ। ਤੇ ਹੰਕਾਰ, ਜੇ ਤੇ ਪਰਮੇਸ਼ਵਰ ਉੱਤੇ ਕੋਈ ਮਾਨ ਕਰਦਾ ਹੈ ਜਾਂ ਕਿਸੇ ਉੱਤੇ ਮਾਨ ਕਰਦਾ ਹੈ, ਉਸ ਨੂੰ ਤੇ ਕਹਿੰਦੇ ਨੇ ਮਾਨ। ਤੇ ਜੇ ਉਹਦੀ ਅੰਦਰੋਂ ਹਉਮੈ ਬੋਲਦੀ ਹੋਵੇ ਤੇ ਫਿਰ ਉਹਨੂੰ ਕਹਿੰਦੇ ਹੰਕਾਰੀ ਹੈ। ਜਦੋਂ ਅੰਦਰੋਂ ਮੈਂ ਬੋਲਦੀ ਹੈ, ਪੈਰ ਧਰਤੀ ਤੇ ਨਹੀਂ ਲੱਗਦੇ, ਦੂਸਰੇ ਨੂੰ ਕੁਝ ਸਮਝਦਾ ਹੀ ਨਹੀਂ ਵੀ ਰੱਬ ਕੌਣ ਹੈ, ਬੰਦਾ ਕੌਣ ਹੈ, ਫਿਰ ਉਹਨੂੰ ਕਿਹਾ ਜਾਂਦਾ ਹੰਕਾਰ। ਤੇ ਜੇ ਉਹ ਰੱਬ ਦੇ ਉੱਤੇ ਲਿਮਟ ਦੇ ਅੰਦਰ ਪ੍ਰੇਮ ਹੈ ਜਾਂ ਮਨੁੱਖ ਦੇ ਨਾਲ, ਉਹਨੂੰ ਕਹਿੰਦੇ ਨੇ ਮਾਨ। ਹੰਕਾਰ ਦਾ ਮਾਨ ਬਣ ਜਾਂਦਾ ਹੈ। ਜਿਵੇਂ ਕ੍ਰੋਧ ਦਾ ਵੀਰ ਰਸ ਬਣ ਜਾਂਦਾ ਹੈ। ਜੇ ਤੇ ਹੁਣ ਐਵੇਂ ਕਿਸੇ ਮਜਲੂਮ ਗਰੀਬ ਦੇ ਉੱਤੇ ਐਵੇਂ ਹੀ, ਜਿਸ ਨੇ ਕੋਈ ਗੁਨਾਹ ਨਹੀਂ ਕੀਤਾ, ਉਹਦੇ ਉੱਤੇ ਕ੍ਰੋਧਿਤ ਹੋਈ ਜਾਂਦਾ, ਗੁੱਸਾ ਕਰੀ ਜਾਂਦਾ, ਫਿਰ ਤੇ ਹੈ ਕ੍ਰੋਧ। ਤੇ ਜੇ ਉਹੀ ਕ੍ਰੋਧ ਨੂੰ ਤੂੰ ਕਿਸੇ ਜੰਗੇ ਮੈਦਾਨ ਦੇ ਅੰਦਰ ਦੁਸ਼ਮਣ ਦੇ ਨਾਲ ਲੜਦਿਆਂ ਵਰਤੇ ਤੇ ਉਹਨੂੰ ਵੀਰ ਰਸ ਕਹਿ ਦਿੱਤਾ ਜਾਂਦਾ। ਮਾੜੀ ਕੋਈ ਚੀਜ਼ ਨਹੀਂ, ਮਾੜੇ ਸਾਡੇ ਅਮਲ ਨਹੀਂ, ਮਾੜਾ ਸਾਡਾ ਕਰਮ ਹੈ। ਤੋ ਜਗਤ ਗੁਰੂ ਬਾਬਾ ਜੀ ਕਹਿੰਦੇ ਨੇ, ਐ ਇਨਸਾਨ ਪੜਿਆ ਮੂਰਖ ਆਖੀਐ ਜਿਸ ਲੱਭ ਲੋਭ ਹੰਕਾਰਾ। ਜਿਸ ਨੂੰ ਲੋਭ ਹੈ, ਹੰਕਾਰ ਹੈ, ਲੱਭ ਹੈ, ਉਹ ਪੜਿਆ ਇਨਸਾਨ ਵੀ ਮੂਰਖ ਹੈ। ਨਾਉ ਪੜੀਐ ਨਾ ਬੂਝੀਐ ਗੁਰਮਤੀ ਵਿਚਾਰ। ਨਾਉ ਹੀ ਪੜਨਾ, ਗਿਆਨ ਹੀ ਜਾਣਨਾ, ਗਿਆਨ ਨੂੰ ਹੀ ਬੁੱਝਣਾ, ਗੁਰਮਤੀ ਵਿਚਾਰਾ, ਗੁਰੂ ਦੀ ਮੱਤ ਦੁਆਰਾ। ਨਾਮ ਨੂੰ ਪੜਨਾ, ਨਾਮ ਨੂੰ ਜਾਣਨਾ, ਗਿਆਨ ਨੂੰ ਪੜਨਾ, ਗਿਆਨ ਨੂੰ ਜਾਣਨਾ। ਫੋਕਾ ਰੱਬ ਰੱਬ ਕਰਿਆ, ਵਾਹਿਗੁਰੂ ਵਾਹਿਗੁਰੂ ਕਰਿਆ, ਕੁਝ ਨਹੀਂ ਬਣਨਾ ਜੇ ਤੇਰੇ ਅੰਦਰ ਕੋਈ ਗਿਆਨ ਨਹੀਂ। ਗਿਆਨ ਗੁਰੂ ਹੈ। ਜੇ ਤੂੰ ਗੁਰੂ ਨਾਲ ਜੁੜਿਆ ਨਹੀਂ ਤੇ ਮਹਾਰਾਜ ਕਹਿੰਦੇ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨ ਪਾਵੇ।
गुरु तो बगैर तेरी खुलासी नहीं होनी। जे तेनू ज्ञान नहीं ते विषय विकारा तो बच नहीं सकता। जे तेनू ज्ञान नहीं ते हक अनहक तो बच नहीं सकता। ज्ञान अत्यंत जरूरी है। नाम ही ज्ञान है। नाम नू पढ़ना है, नाम नू बुझना है, जानना है गुरु दी मत द्वारा। गुरमती नाम धन खट्टिया, भगती भरे भंडारा। गुरु दी मत द्वारा नाम रूपी धन खट्टिया जा सकता है। जिन्हां ने गुरु दी मत द्वारा ज्ञान नू नाम नू सिमर लिया, उन्हां दे भगती दे भंडार भर गए। निर्मल नाम मन्निया दर सच्चे सियारा। परमेश्वर दे दर उत्ते नाम रूपी धन नू निर्मल ते पवित्र मन्निया गया है। सचियार परमेश्वर दे दर उत्ते नाम रूपी धन परवान है। जिस दा जीव प्राण है अंतर जोत पारा। जिस वाहिगुरु ने तेनू ये आत्मा दिती, जीओ प्राण सुवास दिते, ओही तेरे अंदर बैठा है। जिसदा जीओ प्राण है अंतर जोत पारा। तेरे आत्मा दे अंदर ओदी ही जोत बैठी है। जिसने तेनू सुवास दिते ने, जिसने तेनू आत्मा दिती है, शरीर दिता है, ओही तेरी आत्मा दे अंदर, शरीर दे अंदर बैठा है। कह नहीं दिंदे आत्मा ही परमात्मा है। जरवे जरवे दे विच वसदा है। तेरी आत्मा दे अंदर नहीं, तेरी आत्मा दे अंदर भी ओही वस रहा है। तो हजूर समाप्ति की पंक्ति विच फरमाउंदे ने, सच्चा साहू एक तू होर जगत वणजारा। सच्चा साहू एक तू, सच्चा शाह एक परमेश्वर है सदा रहने वाला। होर जगत वणजारा। ये जितना जगत है, संसार है, ये वणजारे दी न्याई है। वणजारा किस नूं कहंदे है? वणजारा उस नूं कहंदे जिहड़ा तुर फिर के फेरी ला के वणज वपार करदा होवे। फेरी ला के तुर फिर के, जिवें वेख्या कई बारी तुर फिर के कई समान वेचदे ने, उन्हां नूं वणजारा कहा जांदा है। ये जगत वणजारा ही है। ये जगत दे लोगां दा फेरा ही है। असीं ते आउण जाण वाले हां। साडा ये सारा संसार आउण जाण वाला है। इस करके इसनूं जगत वणजारा कहा गया है। वणजारा है। वणजारे फेरी लाउंदे ने, आए ने चले गए ने, आए ने चले गए ने। पर सच्चा साहू, सच्चा मालिक एक निरंकार है जो सदा रहने वाला है। सो गुरमुख प्यारियो, एक निरंकार अकाल पुरख जो अटल है, उस दे नाल जुड़ जाना ही जीवन का मकसद है। हुणियां भुलां गलतियां दी खिमा दिओ जी। बुलाओ फतेह। अते अगले दीवान दे विच 2 दिन बाद, अज फ्राइडे है, सैटरडे ते संडे 2 दिन नहीं विचार करीदा। तो सोमवार के दीवान विच फिर विचार करांगे। अगे जगत गुरु बाबा जी बहुत सुंदर ख्याल पेश करते हैं। आपां अगले दीवान च विचार करांगे। तो होइयां भुलां गलतियां दी खिमा। बुलाओ फतेह। वाहिगुरू जी का खालसा, वाहिगुरू जी की